all our work is Punjab centric. Punjab ਦੇ ਬਾਹਰ ਅਸੀਂ ਕਿਤੇ ਕੰਮ ਨਹੀਂ ਕਰ ਰਹੇ. So it's very focused on the state. ਤੇ ਹਾਲੇ ਜਿਹੜਾ ਫੋਕਸ ਹੈ ਵਿਲੇजेस ਤੇ ਹੈਗਾ. ਪੰਜਾਬ ਵਿੱਚ ਤੁਹਾਨੂੰ ਪਤਾ ਹੈ 12,571 villages ਨੇ give or take. So ਸਾਡਾ ਇੰਟੈਂਟ ਹੈਗਾ ਕਿ to make all of those villages eco-sustainable. Eco-sustainable ਦਾ ਮਤਲਬ ਹੈ ਹੈਗਾ ਕਿ ਜੋ ਫਾਈਨੈਂਸ਼ਲੀ ਸਸਟੇਨੇਬਲ ਹੋਣ ਤਾਂ ਕਿ ਲੋਕ ਪਿੰਡਾਂ ਨਾ ਛੱਡਣ, ਪਿੰਡਾਂ ਵਿੱਚ ਰਹਿਣ, ਉੱਥੇ ਉਹਨਾਂ ਦੀ ਆਮਦਨ ਠੀਕ ਹੋਵੇ, ਇਨਕਮ ਠੀਕ ਹੋਵੇ, ਇਕੋਨਮੀ ਠੀਕ ਹੋਵੇ, ਤਾਂ ਕਿ ਉਹ ਜਿਵੇਂ ਚਾਹੁੰਦੇ ਨੇ ਵੀ ਹਰੇਕ ਆਦਮੀ ਕੈਨੇਡਾ ਜਾਣਾ ਚਾਹੁੰਦਾ, ਅਸੀਂ ਚਾਹੁੰਦੇ ਕਿ ਉਹ ਇੱਥੇ ਰਹਿਣ, ਪਿੰਡਾਂ ਦੀ ਲਾਈਫ ਚੰਗੀ ਹੈ, ਬੰਦੇ ਬੜੇ ਪਿੰਡਾਂ 'ਚ ਜਾਓ, ਹੌਸਪਿਟੈਲਿਟੀ ਦੇਖੋ, ਉਹਨਾਂ ਦਾ ਲਵ ਦੇਖੋ, ਉਹਨਾਂ ਦੀ ਜਿਸ ਅਫੈਕਸ਼ਨ ਨਾਲ ਤੁਹਾਨੂੰ ਗ੍ਰੀਟ ਕਰਦੇ ਨੇ, ਹੌਸਪਿਟੈਲਿਟੀ ਕਰਦੇ ਨੇ, ਤੁਹਾਡਾ ਖਿਆਲ ਰੱਖਦੇ ਨੇ, ਉਹ ਤੇ ਮੈਚ ਕਰ ਨਹੀਂ ਸਕਦਾ ਕੋਈ. ਐਂਡ ਇਨਵਾਇਰਮੈਂਟਲੀ ਸਿਕਿਉਰ ਮਤਲਬ ਉਹਨਾਂ ਦਾ ਵਾਟਰ ਸਾਫ਼ ਹੋਵੇ, ਵਾਟਰ ਟੇਬਲਸ ਠੀਕ ਹੋਣ, ਸੋਇਲ ਠੀਕ ਹੋਵੇ ਅਤੇ ਏਅਰ ਠੀਕ ਹੋਵੇ. ਸੋ ਉਹਨੂੰ ਕਹਿੰਦੇ ਨੇ ਈਕੋ ਸਸਟੇਨੇਬਿਲਿਟੀ, ਰਾਈਟ. ਸੋ ਸੋਇਲ, ਵਾਟਰ ਅਤੇ ਏਅਰ ਠੀਕ ਹੋਵੇ ਅਤੇ ਫਾਈਨੈਂਸ਼ਲੀ ਸਸਟੇਨੇਬਲ ਹੋਣ. ਸਸਟੇਨੇਬਿਲਿਟੀ ਇਜ਼ ਦ ਵਰਡ. ਇਹ ਨਹੀਂ ਕਿ ਅਸੀਂ ਥੋੜ੍ਹਾ ਸੋਲੂਸ਼ਨ ਪਾਏ ਤਾਂ ਅਤੇ 2 ਸਾਲ ਬਾਅਦ ਫਿਰ ਦੁਬਾਰਾ ਇੱਕ ਹੋਰ ਸੋਲੂਸ਼ਨ ਆਇਆ, ਫਿਰ ਇੱਕ ਹੋਰ ਸੋਲੂਸ਼ਨ ਕੀਤਾ ਹੈ. ਅਸੀਂ ਕਹਿੰਦੇ ਸਾਰੇ ਸੋਲੂਸ਼ਨ ਸਸਟੇਨੇਬਲ ਹੋਣ. ਸੋ ਅਗਰ ਦੇਖਿਆ ਜਾਏ ਸਾਰੀ ਪ੍ਰੋਬਲਮਸ ਹੈਗੀਆਂ ਨੇ, ਪੰਜਾਬ ਵਿੱਚ ਹੈਗੀਆਂ ਨੇ, ਇੰਡੀਆ ਵਿੱਚ ਹੈਗੀਆਂ ਨੇ, ਉਹਦੇ ਵਿਲੇजेस ਹੈਗੀਆਂ ਨੇ. ਸੋ ਉਹਦੇ ਵਾਸਤੇ ਅਸੀਂ ਕੀ ਕੀਤਾ, ਅਸੀਂ ਥੋੜ੍ਹੇ ਜਿਹੇ ਪ੍ਰੋਗਰਾਮ ਸਟਾਰਟ ਕੀਤੇ ਨੇ. ਹੁਣ ਅਸੀਂ ਫਾਊਂਡੇਸ਼ਨ ਦਾ ਇਹ ਹੋਏਗਾ ਮੇਰੇ ਖਿਆਲ ਨਾਲ 5ਵਾਂ ਸਾਲ ਹੋਏਗਾ ਮੇਰੇ ਖਿਆਲ ਨਾਲ. ਕੋਵਿਡ ਵਿੱਚ ਵੀ ਅਸੀਂ ਕੰਮ ਕੀਤਾ ਹੈ. ਮੈਂ ਤੁਹਾਨੂੰ ਕੋਵਿਡ ਦੀ ਸਟੋਰੀ ਦੱਸਦਾ ਪਹਿਲੇ, ਬਿਕੋਜ਼ ਉਹ ਬੜੀ ਚੰਗੀ ਸਟੋਰੀ ਹੈ. ਜਿਹੜਾ ਫਸਟ ਵੇਵ ਹੋਇਆ ਸੀ ਕੋਵਿਡ ਦਾ, ਲੋਕਾਂ ਨੂੰ ਡਰ ਲੱਗਿਆ ਸੀ ਕਿ ਵੀ ਕੀ ਹੋ ਰਿਹਾ ਹੈ, ਕੋਵਿਡ ਕੀ ਚੀਜ਼ ਹੈਗੀ ਹੈ, ਬਿਮਾਰੀ ਕੀ ਹੈ, ਕਿਸੇ ਨੂੰ ਕੁਝ ਪਤਾ ਹੀ ਨਹੀਂ ਸੀ. ਸੋ ਡੇਲੀ ਵੇਜ ਜਿਹੜੇ ਵਰਕਰ ਸੀ ਅਤੇ ਐਲਡਰਲੀ ਸੀ, ਉਹਨਾਂ ਦਾ ਕੋਈ ਚਾਰਾ ਨਹੀਂ ਸੀ, ਬਿਕੋਜ਼ ਡੇਲੀ ਵੇਜ ਵਰਕਰ ਅੱਜ ਕੰਮ ਕਰਦਾ ਹੈ ਤਾਂ ਕਿ ਪੈਸੇ ਕਮਾਏ ਕੱਲ੍ਹ ਦੇ ਖਾਣ ਵਾਸਤੇ. ਦੈਟਸ ਹਾਊ ਦੇ ਲਿਵ. ਸੋ ਅਸੀਂ, ਤੁਸੀਂ ਬਿਲੀਵ ਕਰੋਗੇ, ਅਸੀਂ ਸਾਡੇ ਆਫਿਸ ਬॉयਜ਼ ਤੱਕ, ਸਾਡੇ ਐਸੋਸੀਏਟਸ ਤੱਕ ਸਾਰੇ ਆਫਿਸ ਆਏ, ਸੋਸ਼ਲ ਡਿਸਟੈਂਸਿੰਗ ਕੀਤਾ, ਪੈਕੇजेस ਬਣਾਏ, ਦਾਲ, ਆਇਲ, ਰਾਈਸ, ਸੋਪ ਐਟਸੈਟਰਾ, ਪੂਰਾ ਇੱਕ ਪੈਕੇਜ 2 ਹਫ਼ਤੇ ਦਾ ਰਾਸ਼ਨ ਸੀ. ਸੋ ਅਸੀਂ 400 ਵਿਲੇਜ ਵੀ ਸੀ ਉਸ ਟਾਈਮ, 400 ਵਿਲੇਜ ਵੀ ਸੀ ਉਸ ਟਾਈਮ, ਚਲਾਨ ਦਿੱਤੇ ਟਰਾਂਸਪੋਰਟ ਵਾਸਤੇ ਵਗੈਰਾ ਗਵਰਨਮੈਂਟ ਤੋਂ. ਅਤੇ ਜਾ ਕੇ ਸਾਰੇ ਉਸ 400 ਵਿਲੇजेस ਵਿੱਚ ਪੂਰੀ ਉਹਦੀ ਰਿਪੋਰਟ ਲਈ ਕਿ ਕੌਣ ਉੱਥੇ ਹੈਗਾ, ਕੌਣ ਡੇਲੀ ਵੇਜ ਵਰਕਰ ਹੈਗਾ, ਕੌਣ ਉੱਥੇ ਐਲਡਰਲੀ ਹੈਗਾ, ਅਤੇ ਉਹ ਸਾਰੇ ਨੂੰ ਪੈਕੇਜ ਦਿੱਤੇ. ਵੀ ਫੈਡ 50,000 people for 2 months. 50,000 ਲੋਕਾਂ ਨੂੰ ਅਸੀਂ 400 ਵਿਲੇਜ ਵਿੱਚ 2 ਮਹੀਨੇ ਦਾ ਅਸੀਂ ਰਾਸ਼ਨ ਪ੍ਰੋਵਾਈਡ ਕੀਤਾ, ਤਾਂ ਕਿ ਜੋ ਡੇਲੀ ਵੇਜ ਵਰਕਰ ਅਤੇ ਐਲਡਰਲੀ ਨੇ ਉਹਨੂੰ ਉਹਦਾ ਕੋਈ ਚਾਰੇ ਨਹੀਂ ਸੀ, ਕੰਮ ਤੇ ਕਰ ਨਹੀਂ ਸਕਦੇ ਸੀ. ਸੋ ਇਹ ਟੀਮ ਨੇ, ਮੈਂ ਜਿਵੇਂ ਹੋਇਆ, ਮੈਂ ਤੁਹਾਡੀ ਸਟੋਰੀ ਇਸ ਵਾਸਤੇ ਦੱਸ ਰਿਹਾ. ਮੈਂ ਟੀਮ ਨਾਲ ਗੱਲ ਕਰ ਰਿਹਾ ਸੀ US ਵਿੱਚ. ਟੀਮ ਕਹਿੰਦੀ ਹੈ ਕੋਵਿਡ ਇਹ ਹਾਲ ਹੈ ਅਤੇ ਡੇਲੀ ਵੇਜ ਵਰਕਰ ਇਹ ਹਾਲ ਹੈ. ਮੈਂ ਕਿ ਵਟ ਕੈਨ ਵੀ ਡੂ, ਮਾਈ ਕੁਐਸਚਨ ਸੀ ਵਟ ਕੈਨ ਵੀ ਡੂ. ਤੇ ਸਿੰਘ ਸਨੀ ਵੀ ਹੈਵ ਐਨ ਆਈਡੀਆ, ਅਸੀਂ ਇਹ ਕਰ ਸਕਦੇ ਹਾਂ. ਮੈਂ ਕਿਹਾ ਤੁਸੀਂ ਕੀ ਚਾਹੀਦਾ ਤੁਹਾਨੂੰ, ਸਾਨੂੰ ਇੰਨੇ ਪੈਸੇ ਚਾਹੀਦੇ ਨੇ. ਮੈਂ ਕਿਹਾ ਚੈੱਕ ਇਸ ਡਨ, ਤੂੰ ਜਾ ਕੇ ਕੰਮ ਕਰ. ਸਾਰੀ ਮਿਹਨਤ ਉਹਨਾਂ ਨੇ ਕੀਤੀ, ਸਾਰਾ ਕੰਮ ਉਹਨਾਂ ਨੇ ਕੀਤਾ ਟੂ ਇਨ ਦਾ ਹਾਈਟ ਆਫ ਕੋਵਿਡ. ਹੁਣ ਤੇ ਲੋਕ ਦੇਖਦੇ ਕਿ ਠੀਕ ਹੈ ਲਾਈਫ ਨੋਰਮਲ ਹੋ ਰਹੀ ਹੈ, ਬਟ ਉਸ ਟਾਈਮ ਤੇ ਦੇਖੋ ਜਦ ਇੰਨਾ ਫੀਅਰ ਸੀ, ਸਾਰੇ ਲੋਕੀ ਆਏ ਇੱਥੇ ਨੀਚੇ, ਸੋਸ਼ਲ ਡਿਸਟੈਂਸ ਕਰਕੇ ਪੈਕੇजेस ਬਣਾਏ, ਟਰਾਂਸਪੋਰਟ ਕੀਤੇ, ਰੈਕਡ ਕੀਪਿੰਗ ਕੀਤੀ, ਨਾਲ ਖੁਦ ਗਏ ਡਿਸਟਰੀਬਿਊਟ ਕਰਨ ਵਾਸਤੇ. ਐਂਡ ਸੋ ਮੈਨੂੰ ਪਤਾ ਚੱਲਿਆ ਕਿ ਫਾਊਂਡੇਸ਼ਨ ਦੀ ਸਾਡੀ ਸਪਿਰਿਟ ਕੀ ਹੈ, ਸਾਡਾ DNA ਕੀ ਹੈ. ਸੋ ਮੈਂ ਕਿਹਾ ਇਹ ਫਾਊਂਡੇਸ਼ਨ ਠੀਕ ਹੈਗੀ ਹੈ, ਇਹ ਬੰਦੇ ਠੀਕ ਨੇ, ਦਿਲੋਂ ਕੰਮ ਕਰ ਰਹੇ ਨੇ. ਹੁਣ ਇਹੋ ਜਿਹਾ ਬਣ ਗਿਆ ਕਿ ਇਹ ਪਲੈਟਫਾਰਮ ਇਹੋ ਜਿਹਾ ਬਣ ਗਿਆ ਕਿ ਲੋਕ ਟਰਸਟ ਕਰਦੇ ਨੇ ਉਹਨਾਂ ਨੂੰ, ਬਿਕੋਜ਼ ਲੋਕੀ ਪੈਸਾ ਦੇਣਾ ਚਾਹੁੰਦੇ ਨੇ, ਬਾਹਰੋਂ ਹੈਲਪ ਕਰਨਾ ਚਾਹੁੰਦੇ ਨੇ, ਪਰ ਪਰ ਨਹੀਂ ਉਹਨਾਂ ਨੂੰ ਇਹ ਹੀ ਪਤਾ ਕਿਹਨੂੰ ਹੈਲਪ ਕਰੀਏ. ਅਗਰ ਪੈਸੇ ਦੇਵਾਂਗੇ ਤਾਂ ਠੀਕ ਹੈ, ਜਾਣਗੇ ਨਹੀਂ ਜਾਣਗੇ. ਸੋ ਹੁਣ ਟਰਸਟ ਬਿਲਡ ਹੋ ਗਿਆ ਕਿ ਬਾਹਰ ਜਿਹੜੇ ਲੋਕੀ ਨੇ, ਪੰਜਾਬੀ ਡਾਇਸਪੋਰਾ ਹੈਗਾ, ਉਹ ਕਹਿੰਦਾ ਤੁਸੀਂ ਕੰਮ ਠੀਕ ਕਰ ਰਹੇ ਹੋ, ਅਸੀਂ ਆਪਣਾ ਪੈਸਾ ਲਾਇਆ, ਆਪਣੇ ਬੰਦੇ ਕੰਮ ਕਰ ਰਹੇ ਨੇ, ਦਿਲ ਨਾਲ ਕੰਮ ਕਰ ਰਹੇ, ਸਾਨੂੰ ਰਿਜ਼ਲਟ ਚੰਗੇ ਮਿਲ ਰਹੇ ਨੇ. ਸੋ ਲੋਕ ਕਹਿ ਰਹੇ ਨੇ ਕਿ ਤੁਸੀਂ ਕੰਮ ਕਰ ਰਹੇ ਹੋ ਤਾਂ ਰਿਜ਼ਲਟ ਸ਼ੋ ਕਰ ਰਹੇ ਨੇ, ਹਾਊ ਕੈਨ ਵੀ ਹੈਲਪ, ਬਿਕੋਜ਼ ਦੇ ਐਂਡ ਪੰਜਾਬ ਹੈਜ਼ ਟੂ ਬੀ ਹੈਲਪ ਨਾਟ ਓਨਲੀ ਬਾਈ ਦ ਪੀਪਲ ਆਫ ਪੰਜਾਬ, ਜੋ ਬੜੇ ਉਦਮੀ ਨੇ. ਪੰਜਾਬੀਆਂ ਨੂੰ ਦੇਖੋ, ਸਭ ਤੋਂ ਉਦਮੀ ਕੌਮ ਹੈਗੀ ਹੈ ਪੂਰੇ ਵਰਲਡ ਵਿੱਚ, ਜੈਨਰਸ ਨੇ, ਹਾਰਡ ਵਰਕਿੰਗ ਨੇ, ਥੋੜ੍ਹੇ ਜਿਹੇ ਬੋਲਡ ਵੀ ਨੇ, ਥੋੜ੍ਹਾ ਗੁੱਸਾ ਜ਼ਿਆਦਾ ਆਉਂਦਾ ਕਦੀ ਕਦੀ, ਬਟ ਲੋਕ ਬੜੇ ਚੰਗੇ ਨੇ. ਐਂਡ ਪੰਜਾਬੀ ਡਾਇਸਪੋਰਾ ਵੀ ਹੋਈ ਹੈ, ਐਕਸਟੈਂਸ਼ਨ ਆਫ ਪੰਜਾਬ ਹੈਗਾ. ਸੋ ਉਹ ਕਹਿੰਦੇ ਨੇ, ਮੈਂ ਸਾਰੇ ਦੋਸਤ ਨੇ, ਪਹਿਲੇ ਤਾਂ ਸਾਡੇ ਕੋਲ FCRA ਨਹੀਂ ਹੁੰਦਾ ਸੀ, ਹੁਣ FCRA ਆ ਗਿਆ. ਸਾਰੇ ਦੋਸਤ ਕਹਿੰਦੇ ਪੈਸੇ, ਟੈਲ ਅਸ ਹਾਊ ਵੀ ਕੈਨ ਹੈਲਪ.
मैं क्या यार हाले नहीं मैं कुछ कर सकता, हर FCI प्रोसेस हो रहा है ਹੁਣ एवरीबॉडी वांट्स टू हेल्प। मैं ਹੁਣ ਜਾ ਰਿਹਾ DC लोगों ने घर खोल देने के we will invite all the people that we know to come and tell us about the foundation, tell about the Punjab problems of Punjab ਤੇ ਕਿਵੇਂ ਹੈਲਪ ਕਰ ਸਕਦੇ ਹਾਂ। ਸੋ ਇਹ ਜਿਹੜੀ ਸਪਿਰਿਟ ਹੈਗੀ ਹੈ ਨਾ that we are capturing, that people want to help, this is very very important। so ਇੱਕ ਤਾਂ ਸਾਡੀ ਟੀਮ ਚੰਗੀ ਹੈ, ਕੰਮ ਕਰ ਰਹੀ ਹੈ, ਦਬ ਕੇ ਕੰਮ ਕਰ ਰਹੀ ਹੈ। we have not only our foundation people, volunteers ਨੇ, ਸਾਡੇ ਕੋਲ ਚੇਂਜ ਮੇਕਰਸ ਹੈਗੇ ਨੇ, ਸਾਡੇ ਕੋਲ ਕੋਆਰਡੀਨੇਟਰਸ ਹੈਗੇ ਨੇ, ਸਾਡੇ ਕੋਲ ਫੁੱਲ ਟਾਈਮ EMPLOYEES ਹੈਗੇ ਨੇ। ਉਹ ਸਾਰਾ ਜੋ ਸਿਸਟਮ ਬਣਾਇਆ ਨਾ they are really working on the ground। ਨਾਓ ਇਹ ਸਾਰੀ ਜੋ ਟੀਮ ਹੈ ਨਾ 3-3 ਵਜੇ ਮਿਡਲ ਆਫ ਦ ਸਮਰ ਪਲਾਂਟੇਸ਼ਨ ਕਰ ਰਹੇ ਨੇ। ਮੇਰੇ ਕੋਲ ਤਾਂ ਨਹੀਂ ਹੋ ਸਕਦਾ। ਮੈਂ ਤੇ ਇਫ ਯੂ ਟੈਲ ਮੀ ਕਿ 3 ਵਜੇ ਜਾ ਕੇ ਤੂੰ ਹਰ ਇੱਕ ਦਿਨ ਜਾ ਕੇ ਪਲਾਂਟੇਸ਼ਨ ਕਰੋ in the middle of the summer, in the middle of the afternoon, ਮੈਂ ਤਾਂ ਨਹੀਂ ਕਰ ਸਕਦਾ, ਮਗਰ ਇਹ ਕਰ ਰਹੇ ਨੇ ਹੁਣ। ਸੋ ਜਦ ਇੰਨੀ ਕਮਿਟਮੈਂਟ ਹੈਗੀ ਹੈ ਸਾਡੀ ਟੀਮ ਵਿੱਚ, ਸੋ ਮੈਂ ਕਿਉਂ ਨਾ every door I can open, every person I can call to get involved, ਸਾਡਾ ਹੈਲਪ ਕਰਨ, ਉਹ ਮੈਂ ਕਿਉਂ ਨਹੀਂ ਕਰਾਂਗਾ, because that I can do, you know। so that is what is the spirit of the foundation। ਹੁਣ ਮੈਂ ਤੁਹਾਨੂੰ ਦੱਸਾਂ ਕੰਮ ਕੀ ਹੋ ਰਹੇ ਨੇ। ਸਾਰੇ ਹੀ ਕੰਮ ਹੋ ਰਿਹਾ ਹੈ ਸਰ ਡਿਫਰੈਂਟ ਇਨੀਸ਼ੀਏਟਿਵ ਨੇ। ਇੱਕ ਇਨੀਸ਼ੀਏਟਿਵ ਹੈ ਲਰਨ ਪੰਜਾਬ। ਲਰਨ ਪੰਜਾਬ ਇਜ਼ ਜਿਹੜੇ ਸਾਡੇ ਬੱਚੇ ਨੇ, ਮੈਂ ਕਿਹਾ ਅਗਰ ਮੈਂ ਬੱਚਿਆਂ ਨੂੰ 10-15 ਸਾਲ ਇਹੋ ਜਿਹੀ ਲਰਨਿੰਗ ਦੇਵਾਂ ਤਾਂ ਕਿ ਉਹਨਾਂ ਨੂੰ ਪਤਾ ਚੱਲੇ ਕਿ ਇਹ ਵਰਲਡ ਕਿਵੇਂ ਚੱਲਦੀ ਹੈ। ਹੁਣ ਉਹ ਪਿੰਡ ਵੀ ਜਾਂਦੇ ਨੇ, ਉਹਨਾਂ ਦਾ ਸਾਰਾ ਵਿਊ ਪੁਆਇੰਟ ਪਿੰਡ ਵਾਲਾ ਹੈ, ਜਾਂ ਅਖਬਾਰ ਪੜ੍ਹ ਸਕਦੇ ਨੇ ਤੇ WhatsApp ਕਰ ਲੈਣਗੇ ਐਟਸੈਟਰਾ, ਮਗਰ ਉਹ ਸੋਚ ਪਿੰਡੋਂ ਵਾਲੀ ਕਿ ਇਹ ਬਸ ਇਹੀ ਹੋ ਸਕਦਾ ਜ਼ਿੰਦਗੀ ਵਿੱਚ, ਰਾਈਟ। ਹੁਣ ਮੈਂ ਜਿਵੇਂ ਇੰਡੀਆ ਤੋਂ US ਗਿਆ, ਮੇਰੀ ਸੋਚ ਇੰਨੀ ਵੱਧ ਗਈ, ਮੈਂ ਦੇਖਿਆ ਕਿ ਵਰਲਡ ਕਿਵੇਂ ਫੰਕਸ਼ਨ ਹੁੰਦੀ ਹੈ। ਸੋ ਮੈਂ ਫਿਰ ਕੰਮ ਮੈਂ ਹਾਈ ਡਿਗਰੀ 'ਤੇ ਕਰ ਸਕਿਆ ਸੀ, ਹਾਈ ਲੈਵਲ 'ਤੇ ਹੋ ਸਕਿਆ ਸੀ ਮੇਰੇ ਕੋਲ। ਹੁਣ ਅਗਰ ਬੱਚਿਆਂ ਨੂੰ ਅਗਰ 10-15 ਸਾਲ ਇਨਵੈਸਟ ਕੀਤਾ ਜਾਏ ਇੱਕ ਜਨਰੇਸ਼ਨ ਵਿੱਚ, ਤੇ ਇਹ ਮੁੰਡੇ ਕੁੜੀਆਂ ਨੂੰ ਪਤਾ ਚੱਲੇ ਕਿ ਦੁਨੀਆ ਕਿਵੇਂ ਚੱਲਦੀ ਹੈ, ਹਾਊ ਡਜ਼ ਦਾ ਵਰਲਡ ਵਰਕ, ਸਪੇਸ, ਇਲੈਕਟ੍ਰਿਕ ਵਹੀਕਲਸ, ਟੈਕਨੋਲੋਜੀ, AI, ML ਵਗੈਰਾ, ਇਹ ਜੀ ਬੜੀ ਬੜੀ ਚੀਜ਼ਾਂ ਚੱਲ ਰਹੀਆਂ ਨੇ। ਉਹਨਾਂ ਦੀ ਅਗਰ ਸੋਚ ਐਕਸਪੈਂਡ ਕੀਤੀ ਜਾਏ ਤੇ ਅਗਰ ਥੋੜਾ ਪਰਸੈਂਟੇਜ ਉਸ ਬੱਚਿਆਂ ਵਿੱਚ ਬਣ ਜਾਣ ਸਟਾਰਸ ਆਫ ਟਮੋਰੋ, ਸੁਪਰ ਸਟਾਰਸ ਆਫ ਟਮੋਰੋ, ਦ ਸਾਇੰਟਿਸਟ ਆਫ ਟਮੋਰੋ, ਦ ਐਲਨ ਮਸਕ ਆਫ ਟਮੋਰੋ, ਰਾਈਟ। ਅਗਰ ਸਮਾਲ ਪਰਸੈਂਟੇਜ ਵੀ, we can the 1%, I can 0.01%, and always whether they open a Ramdas Foundation or whatever they do, ਉਹਨਾਂ ਦੇ ਮਨ 'ਚ ਇਹ ਹੋਏਗਾ ਕਿ ਮੈਂ ਇਸ ਵਿਲੇਜ ਤੋਂ ਆਇਆ, ਪੰਜਾਬ ਮੇਰਾ ਘਰ ਹੈਗਾ, ਮੈਂ ਦੁਨੀਆ ਵਿੱਚ ਜੋ ਵੀ ਕਰ ਰਿਹਾ ਮੇਰੀ ਲੋਇਲਟੀ ਉੱਥੇ ਹੈਗੀ ਹੈ, ਉਹ ਫਿਰ ਗਿਵ ਬੈਕ ਕਰਨਗੇ। ਐਂਡ ਜੋ ਤੁਹਾਡਾ ਪਹਿਲਾ ਬੱਚਾ ਕਾਲਜ ਜਾਂਦਾ ਹੈ, ਸਕੂਲ ਜਾਂਦਾ ਹੈ, ਉਸ ਦੀ ਨੈਕਸਟ ਜਨਰੇਸ਼ਨ ਆਲਵੇਜ਼ ਸਕੂਲ ਜਾਏਗੀ। ਹੁਣ ਜੈਸੇ ਹੁਣ ਅਗਰ ਅਸੀਂ ਯਾਦ ਦੇ ਕਿਤਾਬੀ ਨੌਲੇਜ ਦੇ ਦਈਏ, ਐਗਜ਼ਾਮ ਲੈ ਲੈਣਗੇ ਤੇ ਡਿਗਰੀ ਲੈ ਲੈਣਗੇ, ਕਰ ਲੈਣਗੇ ਵਟਐਵਰ, ਦੇਖ ਰਹੇ ਹਾਂ ਡਿਗਰੀਆਂ ਕਾਫੀਆਂ ਨੇ ਮਗਰ ਕੰਮ ਘੱਟ ਨੇ। ਸੋ ਲੋਕਾਂ ਨੂੰ ਜੌਬ ਚਾਹੀਦੀ ਹੈ। ਅਗਰ ਉਹਨੂੰ ਕਦੀ ਸ਼ੋਅ ਕਰਦੀ ਕਿ ਡਰੀਮ ਕਿਵੇਂ ਕਰਨਾ ਹੈ, ਹਾਊ ਟੂ ਡਰੀਮ, ਵਾਟ ਆਰ ਦ ਪੋਸੀਬਿਲਿਟੀਜ਼ ਇਨ ਦ ਵਰਲਡ, ਬਾਈ ਐਕਸਪੋਜ਼ਿੰਗ ਦੈਮ ਕਿ ਵਰਲਡ ਵਿੱਚ ਹੋ ਕੀ ਰਿਹਾ। ਇਹ ਕਰਦੇ ਅਸੀਂ ਲਰਨ ਪੈਲਸ ਤੋਂ। ਸਾਡੇ ਲਰਨ ਪੈਲਸ ਇੰਡੀਆ ਤੋਂ ਨੇ, ਉਹ ਬਾਹਰ ਤੋਂ ਵੀ ਨੇ ਤੇ ਹੋਰ ਹੀ ਬਾਹਰੋਂ ਲਿਆਵਾਂਗੇ। ਉਹ ਗੱਲਾਂ ਕਰਨਗੇ ਮੁੰਡੇ ਕੁੜੀਆਂ ਨਾਲ, ਹਾਊ ਟੂ ਸੋਲਵ ਪ੍ਰੋਬਲਮਸ, ਹਾਊ ਟੂ ਸਪੀਕ ਇੰਗਲਿਸ਼, ਹਾਊ ਟੂ ਐਕਸਪ੍ਰੈਸ ਯੋਰਸੈਲਫ, what's happening in the world, ਉਹਦੇ ਕਲਚਰ 'ਚ ਕੀ ਹੋ ਰਿਹਾ, ਉਹਦੇ ਕੰਟਰੀਜ਼ ਕੀ ਹੋ ਰਿਹਾ, ਟੈਕਨੋਲੋਜੀ ਕੀ ਹੋ ਰਿਹਾ। ਸਡਨਲੀ ਇਹ ਬੱਚੇ, ਮੈਂ ਦੇਖਿਆ ਬੱਚੇ ਗਲੂਡ ਨੇ। ਇੱਕ ਤੇ ਸਾਡਾ, ਮੈਂ ਪਹਿਲੇ ਆਇਆ ਸੀ, ਮੈਂ ਇੱਥੇ ਸੀ 2019 ਤੱਕ, ਮੈਂ ਦੇਖਿਆ ਕਿ ਨਾਟ ਓਨਲੀ ਕਿ ਉਹ ਬੱਚੇ ਆ ਰਹੇ ਸੀ, ਉਹਨਾਂ ਦੀ ਮਾਵਾਂ ਆ ਰਹੀਆਂ ਸੀ, ਉਹ ਦੇ ਵਰ ਇਕੁਅਲੀ ਇੰਟਰਸਟਿਡ, ਮੋਰ ਇੰਟਰਸਟਿਡ ਦੇ ਕਿ ਅਸੀਂ ਇੰਗਲਿਸ਼ ਪੜ੍ਹੀਏ, ਪ੍ਰੋਬਲਮ ਸੋਲਵਿੰਗ, ਤੇ ਹੋਰ ਵੀ ਕਿਊਰੀਓਸਿਟੀ ਵੱਧ ਗਈ। ਮੈਂ ਕਿਹਾ ਯਾਰ ਬੱਚੇ ਵੀ ਆ ਰਹੇ ਨੇ, ਉਹਦੀ ਮਾਂ ਵੀ ਆ ਰਹੇ ਨੇ, ਇੱਕ ਦੋ ਫਿਰ ਉਹਦੇ ਡੈਡੀ ਜੀ ਆ ਗਏ। ਮੈਂ ਕਿਹਾ ਇਹ ਗੱਲ ਤਾਂ ਠੀਕ ਚੱਲ ਰਹੀ ਹੈ, ਬਿਕੋਜ਼ ਵੀ ਵਰ ਐਂਡ ਉਹ ਆਪਣਾ ਸਕੂਲ ਸਕਿਪ ਕਰ ਰਹੇ ਸੀ, ਉਹ ਸਾਡੀ ਕਲਾਸ ਨਹੀਂ ਸਕਿਪ ਕਰ ਰਹੇ ਸੀ ਆਫਟਰ ਸਕੂਲ। ਫਿਰ ਸਕੂਲ ਵਾਲੇ ਕੰਪਲੇਨ ਕਰਨ ਲੱਗੇ ਕਿ ਵੀ ਸਾਡੀ ਕਲਾਸ 'ਤੇ ਆ ਨਹੀਂ ਰਹੇ। ਫਿਰ ਅਸੀਂ ਮੈਂਟਰੀ ਕਿਹਾ ਕਿ ਤੁਸੀਂ ਕਲਾਸ ਨਹੀਂ ਆਓਗੇ, ਸਾਡੀ ਕਲਾਸ ਨਹੀਂ ਆ ਸਕਦੇ। ਸੋ ਇੰਨਾ ਉਹਨੇ ਐਕਸਾਈਟਮੈਂਟ ਸੀ ਉਹਨਾਂ ਮੁੰਡੇ ਕੁੜੀਆਂ ਨੂੰ ਕਿ ਇਹ ਅਸੀਂ ਸਿੱਖ ਰਹੇ ਹਾਂ, ਇੰਨੀ ਚੰਗੀ ਤਰ੍ਹਾਂ ਸਿੱਖ ਰਹੇ ਹਾਂ, ਐਂਡ ਚੀਜ਼ਾਂ ਦੈਟ ਵੀ ਕਾਂਟ ਇਵਨ ਇਮੈਜਿਨ ਆਰ ਇਜ਼ ਹੈਪਨਿੰਗ ਇਨ ਦ ਵਰਲਡ, ਦੇ ਵਰ ਟੋਟਲੀ ਗਲੂਡ। ਸੋ ਸਟੈਟਸ ਤੁਹਾਨੂੰ ਮਿਲ ਜਾਣ ਕਿ ਹਾਊ ਮੈਨੀ ਲਰਨ ਲੈਬਸ ਵੀ ਹੈਵ। Now imagine ਪੰਜਾਬੀ ਡਾਇਸਪੋਰਾ ਦੇ ਬੱਚੇ ਜਿਹੜੇ, they all know a lot, they are going to school colleges, ਉਹ ਵੋਲੰਟੀਅਰ ਕਰਨਾ ਚਾਹੁੰਦੇ ਨੇ। ਅਸੀਂ ਹੁਣ ਸੀਐਟਲ ਚੈਪਟਰ ਖੋਲ੍ਹਿਆ, ਮੈਂ ਤੁਹਾਨੂੰ ਦੱਸਾਂਗਾ, ਉਹ ਕਹਿ ਰਹੇ ਨੇ ਕਿ our kids want to volunteer and get on the phone and get on a Zoom call or get on a video call and teach them regularly। ਤੇ ਅਸੀਂ ਉਸ ਤੋਂ ਪੰਜਾਬੀਆਂ ਸਿੱਖਾਂਗੇ। ਅਸੀਂ ਕੀ ਸਕਦੇ ਹਾਂ, ਤੁਸੀਂ ਪੰਜਾਬੀ ਸਿੱਖੋ, ਪੰਜਾਬ ਦਾ ਕਲਚਰ ਸਿੱਖੋ। ਸੋ ਦੇ ਇਟਸ ਲਾਈਕ a bi-directional, they are excited about it, because ਉੱਥੇ ਪੰਜਾਬੀ ਕਿੱਥੇ ਸਿੱਖੇ, ਇੱਥੇ ਜੋ
ਬੱਚਾ ਪੰਜਾਬੀ ਬੋਲੇਗਾ ਜਾਂ ਟੀਚਰ ਪੰਜਾਬੀ ਬੋਲੇਗੀ ਸਰ ਉਹ ਤਾਂ ਨਹੀਂ ਸਿੱਖ ਸਕਦੇ ਅਸੀਂ ਉਹਨਾਂ ਦੀ ਹੈਗੀ ਹੈ ਹੰਗਰ ਕਿ ਇਹ ਸਿੱਖਣਾ ਹੈ ਬਟ ਦੇ ਆਰ ਵਿਲਿੰਗ ਟੂ ਵੋਲੰਟੀਅਰ ਐਂਡ ਟਾਕ ਟੂ ਦਿਸ ਚਿਲਡਰਨ ਕਿ ਲਾਈਕ ਅ ਮੈਂਟਰ ਹੋ ਗਿਆ ਲਾਈਕ ਅ ਕੌਨਫੀਡੈਂਟ ਹੋ ਗਿਆ ਰਾਈਟ ਕਿ ਖੁੱਲ੍ਹ ਕੇ ਗੱਲ ਕਰੋ ਸੇਫਲੀ ਗੱਲ ਇਟਸ ਅ ਸੇਫ ਜ਼ੋਨ ਆਰਾਮ ਨਾਲ ਗੱਲ ਕਰੋ ਐਂਡ ਸਾਡੇ ਤੋਂ ਕੁਐਸਚਨ ਪੁੱਛੋ ਅਸੀਂ ਤੁਹਾਨੂੰ ਆਪਣੀ ਨੌਲੇਜ ਦੇਵਾਂਗੇ ਸੋ ਲਰਨ ਪੰਜਾਬ ਇਜ਼ ਆਲ ਅਬਾਊਟ ਮੇਕਿੰਗ ਦ ਚਿਲਡਰਨ ਗਲੋਬਲੀ ਅਵੇਅਰ ਐਂਡ ਸ਼ੋ them ਕਿ ਪ੍ਰੋਬਲਮ ਸੋਲਵਿੰਗ ਕਿਵੇਂ ਕਰਦੇ ਨੇ ਰੈਸ਼ਨਲਾਈਜੇਸ਼ਨ ਕਿਵੇਂ ਕਰਦੇ ਨੇ ਆਊਟ ਆਫ ਦ ਬਾਕਸ ਥਿੰਕਿੰਗ ਕਿਵੇਂ ਕਰਦੇ ਨੇ ਕਮਿਊਨੀਕੇਸ਼ਨ ਇੰਗਲਿਸ਼ ਵਿੱਚ ਕਿਵੇਂ ਕਰਦੇ ਨੇ ਉਹ ਸਾਰੀ ਚੀਜ਼ਾਂ ਜੋ ਸਕੂਲ ਵਿੱਚ ਨਹੀਂ ਸਿੱਖ ਰਹੇ ਹਾਲੇ ਜਾਂ ਠੀਕ ਤਰ੍ਹਾਂ ਨਹੀਂ ਸਿੱਖ ਰਹੇ ਹਾਲੇ ਜਾਂ ਨਹੀਂ ਸਿਖਾ ਸਕਦੇ ਹਾਲੇ ਬਿਕੋਜ਼ ਵਿਲੇਜ 'ਚ ਆਪਣੀ ਰਿਸਟ੍ਰਿਕਸ਼ਨਸ ਹਨ ਨਾ ਕਿੰਨੇ ਟੀਚਰ ਜਾਣਾ ਚਾਹੁੰਦੇ ਨੇ ਵਿਲੇਜ ਟੀਚ ਕਰਨ ਵਾਸਤੇ ਬੜੇ ਘੱਟ ਸਟੱਡੀ ਸਿਸਟਮ ਸਾਡਾ ਅਗਰ ਸਾਡੇ ਕੋਲ ਰਿਸੋਰਸਿਸ ਵੀ ਲਿਮਿਟਡ ਨੇ ਇਹ ਕੰਟਰੀ ਲਿਮਿਟਡ ਰਿਸੋਰਸ ਨਾ ਵੀ ਆਰ ਨਾਟ ਅ ਵੈਰੀ ਰਿਚ ਕੰਟਰੀ ਜੋ ਪੈਸਾ ਛਾਪ ਦਿੱਤਾ ਤੇ ਕੰਮ ਕਰ ਲਿੱਤਾ ਵੀ ਹੈਵ ਕੰਸਟ੍ਰੇਂਟ ਔਨ ਰਿਸੋਰਸਿਸ ਸੋ ਵੀ ਹੈਵ ਟੂ ਬੀ ਇਨੋਵੇਟਿਵ ਸੋ ਪੰਜਾਬੀ ਡਾਇਸਪੋਰਾ ਇਜ਼ ਵੈਰੀ ਕੀਨ ਟੂ ਗੈਟ ਇਨਵੋਲਵਡ ਵਿਦ ਪੰਜਾਬ ਦੇ ਜਸਟ ਵਾਂਟ ਟੂ ਨੋ ਹਾਊ ਤੇ ਕਿਹਨੂੰ ਟਰਸਟ ਕਰ ਸਕਦੇ ਸੋ ਲਰਨ ਪੰਜਾਬ ਇਜ਼ ਆਲ ਅਬਾਊਟ ਮੇਕਿੰਗ this generation and the next 10-15 years ਕਿ ਇਹ kids ਕਿਵੇਂ globally aware ਹੋ ਸਕਦੇ ਨੇ ਰਾਈਟ ਸੋ ਇੱਕ ਇਹ ਇਨੀਸ਼ੀਏਟਿਵ ਹੈ ਦੂਜਾ ਇਨੀਸ਼ੀਏਟਿਵ ਹੈ ਸਪੋਰਟਸ ਪੰਜਾਬ ਸੋ ਮੈਂ ਜਦ ਇੱਥੇ ਸੀ ਮੈਂ 5 ਸਾਲ ਵਾਸਤੇ ਸੀ 2014-2019 ਤੇ ਜਦ ਮੈਂ ਫਾਊਂਡੇਸ਼ਨ ਦਾ ਸਟਾਰਟ ਕੀਤਾ ਸੀ ਮੈਂ ਕਿਹਾ ਇੱਕ ਵਿਲੇਜ ਜਾਓ 4 ਲਾਈਨਾਂ ਪਾ ਦਿਓ 4 ਪੋਲ ਪਾ ਦਿਓ ਤੇ 4 ਫੁੱਟਬਾਲ ਦੇ ਦਿਓ ਦੇਖੋ ਕੀ ਹੁੰਦਾ 30 40 50 60 70 80 ਮੁੰਡੇ ਤੇ ਕੁੜੀਆਂ ਇਕੱਠੇ ਫੁੱਟਬਾਲ ਖੇਡਦੇ ਮੈਂ ਕਿਹਾ 2-3 ਘੰਟੇ 'ਚ ਖੇਡਣ ਆਉਂਦੇ ਨੇ ਉਹ ਵੈਸੇ ਕੀ ਕਰਦੇ ਸੀ ਜਦ ਅਸੀਂ ਉਹਨਾਂ ਨੂੰ ਫੁੱਟਬਾਲ ਨਹੀਂ ਦਿੱਤੀ WhatsApp ਕਰ ਰਹੇ ਹੋਣਗੇ ਵੀਡੀਓ ਦੇਖ ਰਹੇ ਹੋਣਗੇ ਗੱਪਾਂ ਮਾਰ ਰਹੇ ਹੋਣਗੇ ਉਹ ਬਸ ਵਿਹਲੇ ਰਾਈਟ ਬਿਕੋਜ਼ ਵਿਲੇਜ ਓਨਲੀ ਇੰਨੀ ਸਾਰੀ ਚੀਜ਼ਾਂ ਕਰ ਸਕਦੇ ਹੋ ਨਾ ਤੁਸੀਂ ਸੋ ਮੈਂ ਕਿਹਾ ਪ੍ਰੋਗਰਾਮ ਤਾਂ ਠੀਕ ਹੈ ਸੋ ਹੁਣ ਤੁਹਾਨੂੰ ਸਟੈਟਸ ਮਿਲ ਜਾਣਗੇ ਅਸੀਂ ਐਵਰੀ ਵਿਲੇਜ ਜੋ ਸਾਡੇ ਕੋਲ ਹੈਗਾ ਅਸੀਂ ਫੁੱਟਬਾਲ ਕਰਨੇ ਮੈਂ ਕਿਹਾ ਅਗਰ ਖੇਡਣ ਆ ਰਹੇ ਤੇ ਨੈਟਸ ਪਾ ਦਿਓ ਅਗਰ ਜ਼ਿਆਦਾ ਖੇਡਣਗੇ ਤਾਂ ਕੋਆਰਡੀਨੇਟਰ ਦੇਵਾਂਗੇ ਐਟਸੈਟਰਾ ਐਟਸੈਟਰਾ ਸੋ ਸਾਡਾ ਵਿਚਾਰ ਹੈ ਕਿ ਹਰ ਇੱਕ ਵਿਲੇਜ ਵਿੱਚ ਇੱਕ ਪਲੇਗਰਾਊਂਡ ਟਾਈਪ ਬਣੇਗਾ ਜਿੱਥੇ ਫੁੱਟਬਾਲ ਖੇਡ ਸਕਣ ਬੈਡਮਿੰਟਨ ਵਾਲੀਬਾਲ ਖੇਡ ਸਕਣ ਪਲੇਗਰਾਊਂਡ ਹੋਵੇ ਤੇ ਇੱਕ ਵਾਕਿੰਗ ਟਰੈਕ ਹੋਵੇ ਅਸੀਂ ਚਾਹੁੰਦੇ ਹਾਂ ਕਿ ਪੂਰਾ ਜੋ ਵਿਲੇਜ ਹੈ ਉਹ ਆ ਕੇ ਇਕੱਠਾ ਹੋਵੇ ਸ਼ਾਮੀ ਵਿਲੇਜ ਵਿੱਚ ਜਿੱਥੇ ਬੱਚੇ ਖੇਡ ਰਹੇ ਨੇ ਤੇ ਜਿੱਥੇ ਅਡਲਟਸ ਆ ਰਹੇ ਨੇ ਜੋ ਆਪਣਾ ਵਾਕਿੰਗ ਕਰ ਰਹੇ ਨੇ ਬੈਂਚ ਤੇ ਬੈਠੇ ਨੇ ਤਾਂ ਦੇਖ ਰਹੇ ਨੇ ਕਿ ਮੁੰਡੇ ਕੁੜੀਆਂ ਕੀ ਕਰ ਰਹੇ ਨੇ ਸੋ ਨਾਓ ਦੀ children of the village are growing under the watchful eyes of the adult of the village ਕਹਿੰਦੇ ਨੇ it takes a village to grow a child village ਇਕੱਠਾ ਕਰ ਦਿੱਤਾ ਸੋ ਸਾਡਾ ਸਪੋਰਟਸ ਵਿੱਚ ਕਾਫੀ ਚੱਲ ਰਿਹਾ ਹੈ ਫੁੱਟਬਾਲ ਇਜ਼ ਵੈਰੀ ਸਕਸੈਸਫੁਲ ਬਟ ਨਾਓ ਵੀ ਵਿਲ ਮੂਵ ਟੂ ਦੈਟ ਡਾਇਰੈਕਸ਼ਨ ਤੀਜਾ ਸਾਡਾ ਇਨੀਸ਼ੀਏਟਿਵ ਹੈ ਹਰ ਪੰਜਾਬ ਨਾ ਦੇਖਿਆ ਜਾਏ ਕਿ ਲੋਕੀ ਕਹਿੰਦੇ ਨੇ ਵੂਮਨ ਇੰਪਾਵਰਮੈਂਟ ਮੈਂ ਕਿਹਾ ਸਾਡੇ ਵਿਲੇਜ ਵਿੱਚ ਜਿਹੜੀ ਇੱਕ ਤੇ ਜਿਹੜੀ ਕੁੜੀਆਂ ਨੇ ਸਾਡੀ ਉਹਨਾਂ ਨੂੰ ਹੈਜ਼ੀਟੇਸ਼ਨ ਹੈ ਕਿ ਅਸੀਂ ਖੇਡਣ ਨਹੀਂ ਦੇਣਾ ਅਸੀਂ ਵਿਆਹ ਕਰਾ ਦਿਓ ਫਟਾਫਟ ਮਾਈਂਡਸੈਟ ਹੈਗਾ ਨਾਓ ਹੁਣ ਅਸੀਂ ਡਿਫਰੈਂਟ ਜਨਰੇਸ਼ਨ ਆ ਗਈ ਡਿਫਰੈਂਟ ਐਰਾ ਆ ਗਿਆ ਵੇਅਰ women have to be given same access as men ਮੈਂ ਮੇਰਾ ਵੂਮਨ ਇੰਪਾਵਰਮੈਂਟ ਦਾ ਆਈਡੀਆ ਹੈਗਾ ਕਿ ਉਹਨੂੰ ਐਕਸੈਸ ਦਿਓ ਹੁਣ ਮੈਂ ਇੰਡੀਆ ਤੋਂ US ਗਿਆ ਮੇਰੀ ਟਿਕਟ ਸੀ ਲੋਨ ਫਰਮ ਅ ਬੈਂਕ ਬਿਕੋਜ਼ ਪੈਸੇ ਹੈ ਨਹੀਂ ਜਾਣਦੇ ਫੁੱਲ ਸਕਾਲਰਸ਼ਿਪ ਸੀ ਮੇਰੇ ਕੋਲ ਜਿਹੜੀ ਮੈਂ ਕੰਪਨੀ ਆਪਣੀ ਸਟਾਰਟ ਕੀਤੀ ਕ੍ਰੈਡਿਟ ਕਾਰਡ ਸੇ ਸਟਾਰਟ ਕੀਤੀ ਸੋ ਮੇਰੇ ਕੋਲ ਕੁਝ ਨਹੀਂ ਸੀ ਲੋਨ ਮਿਲਿਆ ਲੋਨ ਕਿਉਂ ਮਿਲਿਆ ਬਿਕੋਜ਼ ਮੇਰੀ ਸਿਸਟਰ ਦੀ ਜਿਹੜੀ ਫਰੈਂਡ ਸੀ ਉਹਦਾ ਫਾਦਰ ਲੋਨ ਆਫਿਸਰ ਸੀ ਕਹਿੰਦਾ ਮੁੰਡਾ ਠੀਕ ਹੈ ਲੋਨ ਦੇ ਦਿਓ ਨਾ ਹੈ ਮੈਂ IIT ਤੋਂ ਗ੍ਰੈਜੂਏਟ ਹੋਇਆ IIT ਤੋਂ ਮੈਂ ਕਹਿੰਦਾ ਮੁੰਡਾ ਠੀਕ ਹੈ ਲੋਨ ਦੇ ਦਿਓ ਸੋ ਮੈਂ ਲੋਨ ਲਿੱਤਾ ਫਿਰ ਮੈਂ ਕ੍ਰੈਡਿਟ ਕਾਰਡ ਤੋਂ ਕੰਪਨੀ ਸਟਾਰਟ ਕੀਤੀ ਵਿਚ ਇਵੈਂਚੁਅਲੀ ਬਿਕੇਮ ਅ ਯੂਨੀਕॉर्न ਹੁਣ ਅਗਰ ਇਹ ਕੁੜੀਆਂ ਨੂੰ ਇਹ ਵੂਮਨ ਨੂੰ ਸੇਮ ਐਕਸੈਸ ਦੇ ਦਿਓ ਮੈਨੂੰ ਕੋਈ ਪ੍ਰਿਵਿਲੇਜ ਤਾਂ ਨਹੀਂ ਸੀ ਮੇਰੇ ਕੋਲ ਕੋਈ ਪੈਸੇ ਨਹੀਂ ਸੀ ਕਿਸੇ ਨੇ ਪੈਸੇ ਨਹੀਂ ਦਿੱਤੇ ਕਿ ਮੈਂ ਰਿਚ ਨਹੀਂ ਸੀ ਮੇਰੇ ਫਾਦਰ ਕੁਡਨਟ ਅਫੋਰਡ ਐਨੀਥਿੰਗ ਮਾਈ ਫਾਦਰ ਬਾਈ ਟਾਈਮ ਹੀ ਰਿਟਾਇਰਡ ਸਾਰਾ ਜਿੰਨੀ ਸੇਵਿੰਗਸ ਸੀ ਉਹ ਜ਼ੀਰੋ ਸੀ ਹੀ ਵਾਜ਼ ਲਿਵਿੰਗ ਇਨ ਹਾਊਸਿਸ ਦੈਟ ਵਰ ਫਰੈਂਡ ਨੇ ਕਿਹਾ ਯਾਰ ਸਾਡੇ ਕੋਲ ਐਕਸਟਰਾ ਘਰ ਹੈ ਉੱਥੇ ਰਹਿ ਲਓ ਵੀ ਡਿਡਨਟ ਇਵਨ ਹੈਵ ਅ ਹਾਊਸ ਆਫ ਓਨ ਹੁਣ ਮੈਂ ਕਰ ਸਕਦਾ ਵੇਅਰ ਆਈ ਐਮ ਗੋਇੰਗ ਟੂ ਅ ਫੋਰਨ ਕੰਟਰੀ got a scholarship why because I was studious I worked hard ਸਾਰਾ ਮਿਹਨਤ ਕੀਤੀ ਹੈ and I became successful ਮੈਂ ਕਿ ਅਗਰ ਇਹ ਕੁੜੀਆਂ ਨੂੰ ਤੇ ਇਹ ਲੇਡੀਜ਼ ਨੂੰ ਜੋ ਵਿਲੇਜ ਜਿੱਤਨੇ ਅਗਰ ਐਕਸੈਸ ਦੇ ਦਿਓ ਰਾਈਟ ਐਜੂਕੇਟ ਕਰੋ ਐਂਡ ਐਕਸੈਸ ਦੇ ਦਿਓ then let them then get out of their way ਉਹ ਨਹੀਂ ਕਰਨਾ ਕੁੜੀਆਂ ਤੇ ਲੇਡੀਜ਼ ਉਨੀ ਉਦਮੀਆਂ ਨੇ ਜਿਵੇਂ ਜੈਂਟਸ ਤੇ ਮੈਨ ਹੈਗੇ ਨੇ ਸੇਮ ਉਦਮੀ DNA ਸੇਮ ਹੈਗਾ ਸਪਿਰਿਟ ਸੇਮ ਹੈਗੀ ਹੈ ਮਗਰ and they also nurturing women are more nurturing than men so why not get out of their way and let them thrive right
So her Punjab is all about कि ਜਿਹੜੀ ladies ਨੇ, whether we do craft survival with them, ਹੁਣ जब ਅਸੀਂ craft survival ਕਰ ਰਹੇ ਹਾਂ, we have about 10, 15, 18 women lady artisans reviving the make daris and all. या ਉਹ या self help group बनाए था, sanitary pad making units बनाए ने ਅਸੀਂ, then सारे sanitary pad are 1/5 the cost. We want to scale it high so that every girl and woman in villages of Punjab can afford a sanitary pad. मतलब ਇਹ ਤਾਂ ਸ਼ਰਮ ਦੀ ਗੱਲ ਹੈ ਨਾ कि our ladies, our women cannot afford a sanitary pad. मतलब ਕਿਹੜੇ ਜ਼ਮਾਨੇ ਵਿੱਚ ਰਹਿ ਰਹੇ ਹਾਂ, ਕਿਹੜੇ ਜ਼ਮਾਨੇ ਵਿੱਚ ਰਹਿ ਰਹੇ ਹਾਂ, ਰਾਈਟ? ਅਗਰ ਤੁਸੀਂ US ਜਾ ਕੇ ਜੀ ਗੱਲ ਕਰੋ, ਥੱਪੜ ਮਾਰਨਗੇ ਤੁਹਾਨੂੰ, ਕਹੇਂਗੇ ਕੀ ਗੱਲ ਕਰ ਰਹੇ ਆ ਤੂੰ, ਦੋ ਥੱਪੜ ਮਾਰਨਗੇ, ਫਿਰ ਬੋਲਣਗੇ ਬਹਿ ਜਾ ਤੈਨੂੰ ਸਮਝਾਤਾ, ਫਿਰ ਦੋ ਥੱਪੜ ਮਾਰਨਗੇ ਸਮਝਾਉਣ ਦੇ ਬਾਅਦ, so why are we tolerating that? That is inexcusable कि our girls and our women cannot afford sanitary pads. बस शर्म दी गल है. So my intent is that every girl and every woman in the village of Punjab should be able to afford a sanitary pad. अगर सानू free भी देने पैन, right? That is the human thing to do. So her Punjab is all focused on women initiatives, right? चौथा साडा है, which is one of my favorites, is Sustain Punjab. See, we will plant at least by this year we'll have 1 million trees planted. We have, I think, 700 mini forests. In We have 100 villages. in how many? 900 villages. 900. So we have 700 plus mini forests. We have planted 1 million. We'll plant 1 million trees by end of this year. But our intent is to plant 1 billion trees in Punjab. मेरा dream है कि we make Punjab the greenest state in the world, the greenest region in the world. ਉਹਦੇ ਵਾਸਤੇ we going to plant 1 billion trees by 2030. 1 billion. Now ਅਸੀਂ ਕੀ ਕਰ ਰਹੇ ਹਾਂ to scale. ਅਸੀਂ 1 million ਹੋ ਜਾਏਗਾ ਸਾਰਾ end of this year, but our survival rate of our trees is 90% plus. Nobody has a survival rate. And our trees जो ਸਾਡੇ ਨੇ, they are good for the earth. They are not water sucking trees. So ਅਸੀਂ intelligently trees plant ਕਰ ਰਹੇ ਹਾਂ which is good for the earth. We are medicinal trees planted in the right place and having the villagers take care of the trees. कि ਤੁਸੀਂ ਆਪਣੇ village ਆਪਣੇ trees ਦਾ ਆਪਣਾ ਖਿਆਲ ਰੱਖੋ. ਇਹ ਤੁਹਾਡਾ village ਹੈਗਾ. ਸਾਡਾ survival rate is 90% plus. ਜਾ ਕੇ ਕਿਤੇ ਦੇਖ ਲਓ ਕਿ ਕਿੱਥੇ ਕਿਹੜੇ ਸਟੇਟ 90% ਪਲੱਸ ਤੁਹਾਨੂੰ ਮਿਲ ਰਿਹਾ. ਨਾਲ ਅਸੀਂ ਮਿਨੀ ਫੋਰੈਸਟ ਕਰ ਰਹੇ ਹਾਂ. ਸੋ ਮਿਨੀ ਫੋਰੈਸਟ ਇਜ਼ ਗਿਵਿੰਗ ਮੋਰ ਸੈਪਲਿੰਗਸ. ਸੋ ਬਾਈ 2030 we'll have 1 billion trees planted. And now we also, people are coming and helping out with giving us grants because ਦੇਖ ਰਹੇ ਸਾਡਾ ਕੰਮ ਬੜਾ ਚੰਗਾ ਹੈ. ਸੋ ਦੇ ਆਰਗੇਨਾਈਜੇਸ਼ਨ ਸੇਇੰਗ ਤੁਸੀਂ ਕੰਮ ਲਾਸਟ 'ਚ ਚੰਗਾ ਕੀਤਾ ਹੈ, ਤੁਹਾਨੂੰ ਹੋਰ ਗ੍ਰਾਂਟ ਦੇ ਰਿਹਾ. ਇਸ ਕਰਕੇ ਅਗਰ ਤੁਸੀਂ ਇਹ ਕੰਮ ਡਿਲੀਵਰ ਕਰੋਗੇ ਤੁਹਾਨੂੰ ਡਬਲ ਦੀ ਗ੍ਰਾਂਟ ਦੇਵਾਂਗੇ ਨੈਕਸਟ ਈਅਰ. ਸੋ ਕੌਨਫੀਡੈਂਸ ਵੱਧ ਰਿਹਾ ਹੁੰਦਾ. ਦੈਨ ਦੀ ਅਦਰ ਇਜ਼ ਵੇਸਟ ਮੈਨੇਜਮੈਂਟ. ਇਨ ਵੇਸਟ ਮੈਨੇਜਮੈਂਟ ਦੇਖੋ, कूड़ा जो है, जो थोड़ा सॉलिड वेस्ट कूड़ा है, ताकि नॉन रिसाइकलेबल प्लास्टिक देख लो, पहले की करते सी बाहर सुटते सी, या कूड़े का डंप लग जाता सी. हुण साडे कोल एक कार्ड दिंदे आ, एक बंदे नौकरी मिलती है, वो जाके हर एक कानून डस्टबिन देंगे हैं, एक रिसाइकलेबल वास्ते, रिसाइकलेबल नॉन रिसाइकलेबल वास्ते, वो बस सैपरेट कर देंगे. ये अमेरिका में पॉसिबल नहीं. कूड़े वाला आंदा है, कार्ड ला आंदा है, कार्ड तो चक लैंदा अपना, उन्हें पता गेट खोलिया, उतो चक लिता तो कूड़ा पा दिता, एम्प्टी बास्केट वापस. अमेरिका में मैंने कूड़ा बाहर लैके जाना पैंदा है ताकि वो चक लगा के. सो एक तो जॉब मिल गई, कार्ट हैगी है ना. की हो रहा नाल कि जब एक दिन कूड़ा वाला नहीं आता, सरपंच को कॉल आ जाती बस कूड़ा वाला आया क्यों नहीं. उन्हें पूछो माएवा 3 साल पहले तुम कूड़ा कितने कर रहे सी, हुण एक दिन कूड़ा. सो यह हो गया हुण हैबिचुएटेड हो गए ने कि अगर साडा ਅਸੀਂ ਘਰ ਨੂੰ ਕਲੀਨ ਰੱਖਣਾ ਹੈ, ਵੀ ਆਰ ਯੂਜ਼ਡ ਟੂ ਦ ਕਲੀਨਲੀਨੈਸ. ਉਹ ਵਿਲੇजेस ਕਲੀਨ ਅਪ ਹੋ ਰਹੇ ਨੇ. ਸੋ ਇਹਨਾਂ ਨੂੰ ਅਵੇਅਰਨੈਸ ਹੋ ਰਹੀ ਹੈ, ਦੇ ਆਰ ਹੈਵਿੰਗ ਐਨ ਅਵੇਅਰਨੈਸ ਕਿ ਵਾਟ ਇਜ਼ ਕਲੀਨਲੀਨੈਸ, ਰਾਈਟ? ਐਂਡ ਸੋ ਸਟੈਟਸ ਨੂੰ ਮਿਲ ਜਾਏਗੀ ਕਿ ਅਸੀਂ ਵੇਸਟ ਮੈਨੇਜਮੈਂਟ ਨੂੰ ਸਟਾਰਟ ਕਰਦੇ. ਨਾਓ ਉਹ ਜਿਹੜਾ ਵੇਸਟ ਹੈ ਉਹ ਕੰਪੋਸਟ ਕਰ ਰਹੇ ਹਾਂ. ਨਾਓ ਵੀ ਆਰ ਆਰਗੈਨਿਕ ਕੰਪੋਸਟ. ਐਂਡ ਕੰਪੋਸਟ ਤੁਸੀਂ ਦੇਖੋ ਸਾਡਾ ਮੈਥਡ ਬੜਾ ਵਧੀਆ. ਉਹ ਕੰਪੋਸਟਿੰਗ ਹੋ ਰਹੀ, ਆਰਗੈਨਿਕ ਮੈਨਿਓਰ ਮਿਲ ਗਿਆ ਤੁਹਾਨੂੰ. ਨਾਓ ਇਵੈਂਚੁਅਲੀ ਉਹ ਮੈਨਿਓਰ ਅਸੀਂ ਵੇਚਾਂਗੇ, ਜਿਸ ਤੋਂ ਪੈਸੇ ਮਿਲਣਗੇ ਉਹ ਵਿਲੇਜ ਵਾਪਸ ਪਾ ਦਾਂਗੇ. So what is happening is ਅਸੀਂ initial investment ਕਰੀ थी 10 ਮਹੀਨੇ ਦੇ ਕਾਰਡਸ ਵਿੱਚ. ਹਰ ਇੱਕ ਨਾਓ ਕਰ ਥੋੜਾ ਜਿਹਾ ਪੈਸਾ ਦਿੰਦਾ ਤਾਂ ਕਿ ਉਹਦੀ ਵੇਜ ਨਿਕਲ ਜਾ. ਸੋ ਵਿਦਿਨ 6 ਮੰਥ ਜਿਹੜਾ ਬੰਦਾ ਜਿਹੜਾ ਕਲੈਕਟ ਕਰ ਰਿਹਾ, ਹੀ ਇਜ਼ ਮੇਕਿੰਗ ਐਨ ਇਨਕਮ ਜਸਟ ਬਾਈ ਜੋ ਘਰ ਵਾਲੇ ਸਾਰੀ ਇਨਕਮ ਦੇ ਰਹੇ ਨੇ. ਸੋ ਜੌਬ ਵੀ ਕ੍ਰੀਏਟ ਹੋਗੀ, ਕੰਪੋਸਟ ਵੀ ਹੋਗੀ, ਕੰਪੋਸਟ ਸੋ ਕਲੀਨਨੈਸ ਵੀ ਹੋਗੀ. ਸੋ ਐਵਰੀ ਵਿਲੇਜ ਵਿਲ ਹੈਵ ਵੇਸਟ ਮੈਨੇਜਮੈਂਟ. ਜਿਹੜਾ ਪਲਾਸਟਿਕ ਦਾ ਹੁੰਦਾ ਹੈ, ਉਹ ਜਿਹੜਾ ਕਬਾੜੀ ਵਾਲਾ ਜੋ ਸਾਡਾ ਵੇਸਟ ਮੈਨੇਜਮੈਂਟ ਪਰਸਨ ਹੈਗਾ, ਉਹ ਸਾਰੀ ਕਲੈਕਟ ਕਰਕੇ ਜਿਹੜਾ ਨॉन ਰਿਸਾਈਕਲੇਬਲ ਪਲਾਸਟਿਕ ਵਗੈਰਾ ਉਹ ਜਾ ਕੇ ਵੇਚ ਦਿੰਦਾ ਬਲਕ ਵਿੱਚ. ਉਹਨੂੰ ਐਕਸਟਰਾ ਆਮਦਨ ਹੋ ਗਈ. ਸੋ ਇਨ ਅ ਵੇ ਹੀ ਇਜ਼ ਬਿਕਮ ਐਨ ਐਂਟਰਪ੍ਰੀਨਿਓਰ. ਸੈਲਰੀ ਮਿਲ ਰਹੀ ਹੈ, ਘਰ ਚੱਲ ਰਿਹਾ ਹੈ. ਜਿੰਨਾ more ਮਿਹਨਤ ਕਰੇਗਾ ਉਨੀ ਉਹਨੂੰ ਮਿਲੇਗੀ. ਪਲਾਸਟਿਕ ਵਗੈਰਾ ਉਹ ਵੇਚ ਦਿੰਦਾ, ਰਾਈਟ?
ਉਹ ਸਾਡੇ ਵੇਸਟ ਮੈਨੇਜਮੈਂਟ। ਥਰਡ ਅਸੀਂ ਕੀ ਕਰ ਰਹੇ ਹਾਂ ਉਸ ਵਿੱਚ, ਅਸੀਂ ਕਰ ਰਹੇ ਹਾਂ ਆਰਗੈਨਿਕ ਰੀਜਨਰੇਟਿਵ ਫਾਰਮਿੰਗ। ਅਸੀਂ ਪਾਇਲਟ ਕਰ ਰਹੇ ਹਾਂ ਹਾਲੇ 5 ਏਕੜ ਦਾ, ਕਿ ਹਾਊ ਟੂ ਡੂ ਆਰਗੈਨਿਕ ਰੀਜਨਰੇਟਿਵ ਫਾਰਮਿੰਗ। ਹੁਣ ਸਾਡਾ ਅਗਰ ਅਸੀਂ ਆਪਣੀ ਸੋਇਲ ਸੇਵ ਕਰਨੀ ਹੈ, ਵਾਟਰ ਟੇਬਲ ਸੇਵ ਕਰਨੇ, ਵੀ ਹੈਵ ਟੂ ਗੈਟ ਟੂ ਆਰਗੈਨਿਕ ਫਾਰਮਿੰਗ। ਕੋਈ ਸਾਰੇ ਚਾਰਾ ਨਹੀਂ ਹੈ। ਫਰਟੀਲਾਈਜ਼ਰ ਪਾਲੋਗੇ ਕਿ ਨਾ ਪਾਲੋਗੇ, ਨਾ ਪਾਲ ਲੈਤਾ ਹੈ, ਲੋਕੀ ਬਿਮਾਰ ਹੋਣੇ, ਬਠਿੰਡਾ ਦੀ ਕੈਂਸਰ ਟ੍ਰੇਨ ਚੱਲ ਰਹੀ ਹੈ, ਐਸੈਟਰਾ ਐਸੈਟਰਾ। ਸੋ ਵੀ ਹੈਵ ਟੂ ਮੂਵ, ਪੰਜਾਬ ਸ਼ੁੱਡ ਮੂਵ ਟੂ ਏ ਰੀਜਨਰੇਟਿਵ organic state. It should be a regenerative farming state. That is the only way we can save the soil and the water table. Water tables ਦੇ ਬੜਾ ਬੁਰਾ ਹਾਲ ਹੈ। We are fast becoming a desert. ਹੁਣ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਕਿਹਾ ਪੰਜਾਬੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਸਾਡਾ ਆਪਣਾ ਸਟੇਟ ਡੈਜ਼ਰਟ ਹੋ ਰਿਹਾ ਹੈ ਐਟ ਏ ਪੇਸ ਦੈਟ ਇਜ਼ ਅਲਾਰਮਿੰਗ। ਬਸ ਸਾਨੂੰ ਤੇ ਰੌਂਗਟੇ ਖੜੇ ਹੋਣੇ ਚਾਹੀਦੇ ਕਿ ਵੀ ਹੋ ਕੀ ਰਿਹਾ ਹੈ, ਵੈਰੀ ਰੈਪਿਡ ਪੇਸ। ਐਂਡ ਅਗਰ ਖੁਦ ਅਸੀਂ ਆਪਣੇ ਸੋਲੂਸ਼ਨ ਨਹੀਂ ਪਾਵਾਂਗੇ, ਪੰਜਾਬੀਜ਼ ਆਲ ਓਵਰ ਦ ਵਰਲਡ ਨਹੀਂ ਸੋਲੂਸ਼ਨ ਪਾਵਾਂਗੇ, ਹੋਰ ਕੌਣ ਹੈਲਪ ਕਰੇਗਾ? ਗਵਰਨਮੈਂਟ ਵੀ ਨਹੀਂ ਹੈਲਪ ਕਰ ਸਕਦੀ ਹੈ ਨਾ। ਗਵਰਨਮੈਂਟ ਕੋਈ ਗॉड ਥੋੜ੍ਹਾ ਨਾ ਹੈ, ਉਹਨਾਂ ਵੀ ਰਿਸਟ੍ਰਿਕਸ਼ਨ ਨੇ, ਰਿਸੋਰਸਿਸ ਰਿਸਟ੍ਰਿਕਸ਼ਨ ਨੇ, ਹਿਊਮਨ ਰਿਸੋਰਸਿਸ ਨੇ, ਉਹ ਜਿੰਨਾ ਕਰਨਗੇ। ਬਾਕੀ ਵੀ ਹੈਵ ਟੂ ਸਟੈਪ ਅਪ ਵਿਦ ਦੈਮ, work with them hand in hand, this is a combined problem. This is not a government problem, this is not a Punjabi problem, this is a combined problem. And so everybody steps up, and if we help each other, we can solve this problem. So my intent is कि Punjab should become a regenerative farming state. ਉਹਦੇ ਵਾਸਤੇ ਥੋੜ੍ਹਾ ਬਹੁਤ ਮੈਂ ਨੈਕਸਟ ਟਾਈਮ ਵਾਸਤੇ ਵੀ ਸੇਵ ਕਰਾਂ ਨਾ। ਹੁਣ ਸਭ ਕੁਝ ਅੱਜ ਹੀ ਦੱਸ ਦਾਂਗਾ, ਫਿਰ ਤੁਸੀਂ ਨੈਕਸਟ ਟਾਈਮ ਆਓਗੇ ਨਹੀਂ, ਕੈਸੇ ਨਹੀਂ ਸਭ ਕੁਝ ਦੱਸ ਦਿੱਤਾ ਹੈ। ਸੋ ਮੈਂ ਥੋੜ੍ਹਾ ਜਿਹਾ ਸੇਵ ਕਰ ਲੈਂਦਾ। ਨੈਕਸਟ ਟਾਈਮ ਆਈ ਗਿਵ ਯੂ more about regenerative farming, which we are doing a lot of stuff. So those are the initiatives. We have Learn Punjab, Sports Punjab, Herb Punjab, and Sustain Punjab. We are doing something in Health Punjab. We started with yoga. मैं चाहता है कि हर एक पंजाब विलेज ਵਿੱਚ एक मैन एक वुमन योगा इंस्ट्रक्टर्स होन ते योगा होते हैं। सो प्रिवेंटेटिव योगा एज ए वे ऑफ लिविंग। सो योगा इंट्रोड्यूस की जाए होते, एंड देन वी विल डू मोर इन हेल्थ। सो वी हैव सम आइडियाज इन हेल्थ, वी हैव सम आइडियाज की ग्रीन एनर्जी वास्ते, सोलर एनर्जी वास्ते किवें इंट्रोड्यूस कर सकते हैं अपने विलेजेस में। सो वी आर थिंकिंग अबाउट सम इनिशिएटिव्स आर इन प्लानिंग एंड रिसर्च फेज एंड पायलट फेज। सम इनिशिएटिव्स आर वेरी वेल लॉन्च्ड एंड काफ़ी सक्सेसफुल।